ਅੱਜ ਦਾ ਸਾਡਾ ਟੌਪਿਕ ਹੈ ਰਾਜ ਦਾ ਵਿਕਾਸ ਹੋਇਆ ਹੈ, ਨਿਰਮਾਣ ਨਹੀਂ। ਵਿਆਖਿਆ ਕਰੋ। ਦ ਸਟੇਟ ਇਜ਼ ਅ ਗਰੋਥ ਐਂਡ ਨੋਟ ਅ ਮੇਕ ਕੋਮੈਂਟ। ਰਾਜ ਦੀ ਉਤਪਤੀ ਕਦੋਂ ਤੇ ਕਿਵੇਂ ਹੋਈ ਇੱਕ ਜਟਿਲ ਪ੍ਰਸ਼ਨ ਹੈ। ਇਸ ਦਾ ਉੱਤਰ ਦੇਣ ਲਈ ਭਿੰਨ ਭਿੰਨ ਲੇਖਕਾਂ ਨੇ ਵੱਖ-ਵੱਖ ਸਿਧਾਂਤ ਪੇਸ਼ ਕੀਤੇ ਹਨ। ਰਾਜ ਦੀ ਉਤਪਤੀ ਦਾ ਸਭ ਤੋਂ ਪੁਰਾਣਾ ਸਿਧਾਂਤ ਰੱਬੀ ਸਿਧਾਂਤ ਹੈ। ਇਸ ਸਿਧਾਂਤ ਅਨੁਸਾਰ ਰਾਜ ਨੂੰ ਰੱਬ ਨੇ ਬਣਾਇਆ ਹੈ ਤੇ ਰਾਜਾ ਪਰਮਾਤਮਾ ਨੂੰ ਪ੍ਰਤੀਨਿਧ ਹੈ। ਇਸ ਦੀ ਅੱਜ ਕੋਈ ਮਹਾਨਤਾ ਨਹੀਂ ਹੈ। ਇਸ ਸਿਧਾਂਤ ਨੂੰ ਪੂਰਨ ਰੂਪ ਨਾਲ ਰੱਦ ਕੀਤਾ ਜਾ ਚੁੱਕਾ ਹੈ। ਕੁਝ ਲੇਖਕਾਂ ਅਨੁਸਾਰ ਰਾਜ ਸ਼ਕਤੀ ਦਾ ਸਿੱਟਾ ਹੈ। ਇਸ ਸਿਧਾਂਤ ਅਨੁਸਾਰ ਰਾਜ ਦੀ ਉਤਪਤੀ, ਰਾਜ ਦਾ ਵਿਕਾਸ ਤੇ ਰਾਜ ਦਾ ਆਧਾਰ ਸ਼ਕਤੀ ਹੈ, ਪਰ ਇਹ ਸਿਧਾਂਤ ਰਾਜ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੈ। ਰਾਜ ਸ਼ਕਤੀ ਦਾ ਜਨਮ ਕੇਵਲ ਸ਼ਕਤੀ ਦੇ ਆਧਾਰ ਉੱਤੇ ਨਹੀਂ ਹੋਇਆ ਤੇ ਰਾਜ ਦਾ ਆਧਾਰ ਸ਼ਕਤੀ ਨਾ ਹੋ ਕੇ ਇੱਛਾ ਹੈ। ਕੁਝ ਲੇਖਕ ਅਨੁਸਾਰ ਰਾਜ ਪਰਿਵਾਰ ਦਾ ਵਿਸਤ੍ਰਿਤ ਰੂਪ ਹੈ, ਪਰ ਇਹ ਸਿਧਾਂਤ ਵੀ ਠੀਕ ਨਹੀਂ ਹੈ ਕਿਉਂਕਿ ਰਾਜ ਦਾ ਪਰਿਵਾਰ ਦੇ ਸੰਗਠਨ ਵਿੱਚ ਬਹੁਤ ਫਰਕ ਹੈ ਤੇ ਰਾਜ ਦਾ ਜਨਮ ਇੰਨੀ ਸਰਲਤਾ ਨਾਲ ਨਹੀਂ ਹੋ ਸਕਦਾ ਜਿੰਨਾ ਕਿ ਇਹ ਸਿਧਾਂਤ ਦੱਸਦਾ ਹੈ। ਇੱਕ ਹੋਰ ਸਿਧਾਂਤ ਅਨੁਸਾਰ ਰਾਜ ਸਮਾਜਿਕ ਸਮਝੌਤੇ ਦਾ ਨਤੀਜਾ ਹੈ, ਪਰ ਇਹ ਸਿਧਾਂਤ ਵੀ ਗਲਤ ਹੈ। ਇਤਿਹਾਸ ਵਿੱਚ ਸਾਨੂੰ ਅਜਿਹੀ ਕੋਈ ਉਦਾਹਰਨ ਨਹੀਂ ਮਿਲਦੀ ਜੋ ਇਹ ਸਿੱਧ ਕਰੇ ਕਿ ਰਾਜ ਸਮਝੌਤੇ ਦਾ ਨਤੀਜਾ ਹੈ। ਡਾਕਟਰ ਗਾਰਨਰ ਨੇ ਠੀਕ ਹੀ ਕਿਹਾ ਹੈ, ਰਾਜ ਨਾ ਤਾਂ ਰੱਬ ਦਾ ਬਣਾਇਆ ਹੋਇਆ ਹੈ, ਨਾ ਹੀ ਉੱਚ ਕੋਟੀ ਦੇ ਸਰੀਰਕ ਬਲ ਦਾ ਸਿੱਟਾ ਹੈ, ਨਾ ਹੀ ਕਿਸੇ ਪ੍ਰਸਤਵ ਜਾਂ ਸਮਝੌਤੇ ਦੁਆਰਾ ਬਣਾਇਆ ਗਿਆ ਹੈ ਅਤੇ ਨਾ ਹੀ ਉਹ ਪਰਿਵਾਰ ਦਾ ਵਿਸਤ੍ਰਿਤ ਰੂਪ ਹੈ। ਰਾਜ ਦਾ ਕੋਈ ਇਜਾਦ ਕੀਤੀ ਹੋਈ ਚੀਜ਼ ਹੈ ਤੇ ਨਾ ਹੀ ਕੋਈ ਬਣਾਈ ਗਈ ਮਸ਼ੀਨ ਹੈ। ਆਧੁਨਿਕ ਰਾਜ ਵਿੱਚ ਇਸ ਗੱਲ ਉੱਤੇ ਜ਼ੋਰ ਦਿੱਤਾ ਜਾਂਦਾ ਹੈ ਕਿ ਰਾਜ ਦਾ ਵਿਕਾਸ ਹੋਇਆ ਹੈ। ਅਜੋਕੇ ਲੇਖਕ ਰਾਜ ਦੀ ਉਤਪਤੀ ਦੇ ਵਿਕਾਸਵਾਦੀ ਸਿਧਾਂਤ ਨੂੰ ਮਾਨਤਾ ਦਿੰਦੇ ਹਨ। ਵਿਕਾਸਵਾਦੀ ਸਿਧਾਂਤ ਨੂੰ ਹੀ ਰਾਜ ਦੀ ਉਤਪਤੀ ਦਾ ਸਹੀ ਸਿਧਾਂਤ ਮੰਨਿਆ ਜਾਂਦਾ ਹੈ ਤੇ ਇਹੀ ਸਿਧਾਂਤ ਸਾਨੂੰ ਸਭ ਸਿਧਾਂਤਾਂ ਵਿੱਚੋਂ ਜ਼ਿਆਦਾ ਕਬੂਲ ਹੈ। ਵਿਕਾਸਵਾਦੀ ਸਿਧਾਂਤ ਦੀ ਵਿਆਖਿਆ। ਵਿਕਾਸਵਾਦੀ ਸਿਧਾਂਤ ਅਨੁਸਾਰ ਰਾਜ ਦਾ ਵਿਕਾਸ ਹੋਇਆ ਹੈ, ਨਿਰਮਾਣ ਨਹੀਂ। ਰਾਜ ਨੂੰ ਮਸ਼ੀਨ ਵਾਂਗ ਆਦਮੀ ਨੇ ਨਹੀਂ ਬਣਾਇਆ। ਰਾਜ ਕਿਸੇ ਸਮਝੌਤੇ ਦਾ ਸਿੱਟਾ ਨਹੀਂ ਹੈ। ਰਾਜ ਇੱਕ ਨਕਲੀ ਸੰਸਥਾ ਨਹੀਂ ਹੈ, ਸਗੋਂ ਇੱਕ ਕੁਦਰਤੀ ਸੰਸਥਾ ਹੈ ਜਿਸ ਦਾ ਇਤਿਹਾਸਿਕ ਆਧਾਰ ਉੱਤੇ ਵਿਕਾਸ ਹੋਇਆ ਹੈ। ਵਿਕਾਸਵਾਦੀ ਸਿਧਾਂਤ ਅਨੁਸਾਰ ਰਾਜ ਸਦਾ ਸਾਡੇ ਨਾਲ ਰਿਹਾ ਹੈ, ਭਾਵੇਂ ਰਾਜ ਦਾ ਰੂਪ ਕਿਹੋ ਜਿਹਾ ਕਿਉਂ ਨਾ ਰਿਹਾ ਹੋਵੇ। ਇਤਿਹਾਸ ਵਿੱਚ ਅਜਿਹੀ ਕੋਈ ਉਦਾਹਰਨ ਨਹੀਂ ਮਿਲਦੀ ਜਦੋਂ ਆਦਮੀ ਰਾਜ ਦੇ ਬਿਨਾਂ ਰਿਹਾ ਹੋਵੇ। ਬਰਗਸ ਨੇ ਵੀ ਠੀਕ ਹੀ ਕਿਹਾ ਹੈ, ਰਾਜ ਮਨੁੱਖੀ ਸਮਾਜ ਦਾ ਨਿਰੰਤਰ ਵਿਕਾਸ ਹੈ ਜਿਸ ਦਾ ਆਰੰਭ ਅਪੂਰਨ ਤੇ ਅਵਿਵਸਥਿਤ ਹੋ ਕੇ ਹੌਲੀ ਹੌਲੀ ਵਿਕਸਿਤ ਹੁੰਦਾ ਹੋਇਆ ਆਦਮੀਆਂ ਦੇ ਪੂਰਨ ਤੇ ਵਿਸ਼ਵ ਵਿਆਪੀ ਸੰਗਠਨ ਦਾ ਰੂਪ ਲੈ ਰਿਹਾ ਹੈ। ਪ੍ਰੋਫੈਸਰ ਲੌਕ ਨੇ ਕਿਹਾ ਹੈ ਕਿ ਰਾਜ ਦੀ ਉਤਪਤੀ ਵਿਕਾਸ ਦੇ ਆਧਾਰ ਉੱਤੇ ਹੋਈ ਹੈ ਜਿਸ ਦਾ ਇਤਿਹਾਸ ਆਦਮੀਆਂ ਦੇ ਗਿਆਤ ਤੇ ਅਗਿਆਤ ਕਾਲ ਤੱਕ ਫੈਲਿਆ ਹੋਇਆ ਹੈ। ਲੀਕੌਕ ਦੇ ਇਸ ਕਥਨ ਦਾ ਭਾਵ ਇਹ ਹੈ ਕਿ ਰਾਜ ਉਸ ਵੇਲੇ ਤੋਂ ਚੱਲਿਆ ਜਾ ਰਿਹਾ ਹੈ ਜਿਸ ਦਾ ਨਿਰਮਾਣ ਸਾਨੂੰ ਇਤਿਹਾਸ ਵਿੱਚ ਵੀ ਨਹੀਂ ਮਿਲਦਾ। ਇਸੇ ਵਿਚਾਰ ਨੂੰ ਬਰਗਸ ਨੇ ਇਸ ਤਰ੍ਹਾਂ ਪ੍ਰਗਟ ਕੀਤਾ ਹੈ, ਰਾਜ ਇਤਿਹਾਸਕ ਵਿਕਾਸ ਦਾ ਸਿੱਟਾ ਹੈ। ਇਸ ਦਾ ਭਾਵ ਇਹ ਹੈ ਕਿ ਰਾਜ ਮਨੁੱਖੀ ਸਮਾਜ ਦਾ ਨਿਰੰਤਰ ਵਿਕਾਸ ਹੈ ਜੋ ਬਿਲਕੁਲ ਅਧੂਰੇ ਰੂਪ ਵਿੱਚ ਅਤੇ ਬਿਨਾਂ ਕਿਸੇ ਯੋਜਨਾ ਦੇ ਆਰੰਭ ਹੋ ਕੇ ਚੰਗੇ ਰੂਪਾਂ ਵਿੱਚੋਂ ਗੁਜ਼ਰਦਾ ਹੋਇਆ ਮਨੁੱਖ ਜਾਤੀ ਦੇ ਰੂਪ ਵਿੱਚ ਵਿਆਪਕ ਸੰਗਠਨ ਵੱਲ ਵੱਧ ਰਿਹਾ ਹੈ। ਪ੍ਰੋਫੈਸਰ ਲੌਸਕੀ ਨੇ ਵਿਕਾਸਵਾਦੀ ਸਿਧਾਂਤ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਰਾਜ ਇੱਕ ਇਤਿਹਾਸਿਕ ਗੌਰਵ ਹੈ ਤੇ ਇਹ ਇੰਨਾ ਪ੍ਰਾਚੀਨ ਹੈ ਕਿ ਰਾਜ ਜਨ ਸਧਾਰਨ ਵਾਸਤੇ ਇਸ ਦਾ ਵਰਤਮਾਨ ਰੂਪ ਹੀ ਸਥਾਈ ਪ੍ਰਤੀਤ ਹੁੰਦਾ ਹੈ। ਇਹ ਸਾਡੇ ਜੀਵਨ ਦਾ ਇੱਕ ਅਜਿਹਾ ਨਿਖੜਵਾਂ ਅੰਗ ਹੈ, ਇਸ ਦੇ ਵਿਕਾਸ ਸੰਬੰਧੀ ਤੱਥ ਨੂੰ ਸਰਲਤਾ ਨਾਲ ਚੇਤੇ ਵੀ ਨਹੀਂ ਕੀਤਾ ਜਾ ਸਕਦਾ। ਇਹ ਠੀਕ ਹੈ ਕਿ ਰਾਜ ਦਾ ਵਿਕਾਸ ਹੋਇਆ ਹੈ, ਪਰ ਇਹ ਕਹਿਣਾ ਕਿ ਰਾਜ ਕਿਸ ਤਰੀਕੇ ਨੂੰ ਪੈਦਾ ਹੋਇਆ ਅਸੰਭਵ ਹੈ। ਸੁਮਰਨ ਅਤੇ ਕਿਲਰ ਨੇ ਇਸ ਗੱਲ ਦਾ ਸਮਰਥਨ ਕਰਦੇ ਹੋਏ ਕਿਹਾ ਹੈ ਕਿ ਇਹ ਕਹਿਣਾ ਰਾਜ ਕਿਸੇ ਵੇਲੇ ਸਭ ਤੋਂ ਪਹਿਲਾਂ ਦਿਖਾਈ ਦਿੱਤਾ ਉਸੇ ਤਰ੍ਹਾਂ ਅਸੰਭਵ ਹੈ ਜਿਸ ਤਰ੍ਹਾਂ ਇਹ ਕਹਿਣਾ ਕਿ ਜਦੋਂ ਨੈਤਿਕ ਕਾਨੂੰਨ ਬਣੇ ਜਾਂ ਬੱਚਾ ਕਦੋਂ ਜਵਾਨ ਹੋਇਆ ਜਾਂ ਜਵਾਨ ਕਦੋਂ ਇੱਕ ਬਾਲਿਗ ਹੋਇਆ। ਰਾਜ ਦੀ ਉਤਪਤੀ ਵਿੱਚ ਭਿੰਨ ਭਿੰਨ ਤੱਤਾਂ ਨੇ ਵਿਕਾਸ ਪਾਇਆ ਹੈ। ਇਹ ਕਹਿਣਾ ਕਿ ਕਿਸ ਤੱਤ ਨੇ ਕਿੱਥੇ ਵਧੇਰੇ ਹਿੱਸਾ ਪਾਇਆ ਹੈ ਜਾਂ ਇਹ ਕਹਿਣਾ ਕਿ ਇਹਨਾਂ ਤੱਤਾਂ ਵਿੱਚੋਂ ਕਿਹੜਾ ਤੱਤ ਵਧੇਰੇ ਮਹਾਨ ਹੈ, ਬਹੁਤ ਕਠਿਨ ਹੈ। ਪ੍ਰੋਫੈਸਰ ਗੈਟਲ ਨੇ ਇਸ ਤੱਥ ਦਾ ਸਮਰਥਨ ਕਰਦੇ ਹੋਏ ਕਿਹਾ ਹੈ ਕਿ ਰਾਜ ਦਾ ਦੂਜੀਆਂ ਸੰਸਥਾਵਾਂ ਵਾਂਗ ਕੋਈ ਸੋਮਿਆਂ ਤੇ ਹਾਲਾਤਾਂ ਤੋਂ ਵਿਕਾਸ ਹੋਇਆ
ਅਤੇ ਅਪਰਤੱਖ ਰੂਪ ਵਿੱਚ ਇਸ ਦੀ ਹਸਤੀ ਬਣ ਗਈ। ਆਰੰਭ ਦੀਆਂ ਸਮਾਜਿਕ ਸੰਸਥਾਵਾਂ ਤੇ ਰਾਜਾਂ ਵਿੱਚ ਕੋਈ ਖਾਸ ਅੰਤਰ ਨਹੀਂ ਕੀਤਾ ਜਾ ਸਕਦਾ ਜੇ ਹੌਲੀ ਹੌਲੀ ਇੱਕ ਦੂਜੀ ਵਿੱਚ ਸ਼ਾਮਲ ਹੋ ਗਈਆਂ। ਰਾਜ ਦੀ ਉਤਪਤੀ ਵਿੱਚ ਹੇਠ ਲਿਖੀਆਂ ਤੱਤਾਂ ਨੂੰ ਹਿੱਸਾ ਪਾਇਆ ਹੈ। ਕੁਦਰਤੀ ਸਮਾਜਿਕ ਪ੍ਰੇਰਨਾ, ਖੂਨ ਦਾ ਰਿਸ਼ਤਾ, ਧਰਮ, ਸ਼ਕਤੀ, ਆਰਥਿਕ ਸਮੱਗਰੀਆਂ। ਕੁਦਰਤੀ ਸਮਾਜਿਕ ਪ੍ਰੇਰਨਾ। ਆਦਮੀ ਦੀ ਸਮਾਜਿਕ ਪ੍ਰਵਿਰਤੀ ਨੇ ਰਾਜ ਦੀ ਉਤਪਤੀ ਵਿੱਚ ਮਹਾਨ ਹਿੱਸਾ ਪਾਇਆ ਹੈ। ਆਦਮੀ ਸੁਭਾਵਿਕ ਤੌਰ 'ਤੇ ਇੱਕ ਸਮਾਜਿਕ ਜੀਵ ਹੈ ਜੋ ਸਮਾਜ ਵਿੱਚ ਰਹਿ ਕੇ ਹੀ ਕੋਈ ਕੰਮ ਕਰ ਸਕਦਾ ਹੈ। ਅਰਸਤੂ ਅਨੁਸਾਰ ਆਦਮੀ ਇੱਕ ਸਮਾਜਿਕ ਪ੍ਰਾਣੀ ਹੈ ਜੋ ਸਮਾਜ ਦੇ ਬਿਨਾਂ ਨਹੀਂ ਰਹਿ ਸਕਦਾ, ਅਤੇ ਜੋ ਵਿਅਕਤੀ ਸਮਾਜ ਦੇ ਬਿਨਾਂ ਰਹਿੰਦਾ ਹੈ ਉਹ ਜਾਂ ਤਾਂ ਦੇਵਤਾ ਹੈ ਜਾਂ ਪਸ਼ੂ। ਆਦਮੀ ਇਕੱਲਾ ਨਹੀਂ ਰਹਿ ਸਕਦਾ, ਉਸ ਨੂੰ ਦੂਜੇ ਦਾ ਸਾਥ ਚਾਹੀਦਾ ਹੈ, ਅਤੇ ਆਦਮੀਆਂ ਵਿੱਚ ਆਪਸੀ ਨਿਯਮਾਂ ਦੀ ਪਾਲਣਾ ਕਰਨ ਲਈ ਰਾਜਨੀਤਿਕ ਸੰਗਠਨ ਵੀ ਜ਼ਰੂਰੀ ਹੈ। ਇਸ ਲਈ ਰਾਜਨੀਤਿਕ ਸੰਗਠਨ ਦੇ ਬੀਜ ਆਦਮੀ ਦੀ ਸਮਾਜਿਕ ਪ੍ਰਵਿਰਤੀ ਵਿੱਚ ਪਾਏ ਜਾਂਦੇ ਹਨ। ਅਰਸਤੂ ਨੇ ਠੀਕ ਹੀ ਕਿਹਾ ਹੈ, ਰਾਜ ਕੇਵਲ ਜੀਵਨ ਦੀ ਹਸਤੀ ਵਿੱਚ ਲਈ ਵਿਕਸਿਤ ਹੋਇਆ ਹੈ ਅਤੇ ਉਹ ਹੁਣ ਚੰਗੇ ਜੀਵਨ ਨੂੰ ਸੰਭਵ ਬਣਾਉਣ ਲਈ ਮੌਜੂਦ ਹੈ। ਅਰਥਾਤ ਜੇ ਆਦਮੀ ਇੱਕ ਸਮਾਜਿਕ ਪ੍ਰਾਣੀ ਨਾ ਹੁੰਦਾ ਤਾਂ ਜੀਵਨ ਰੱਖਿਆ ਦੀ ਸਮੱਸਿਆ ਦਾ ਸਾਹਮਣਾ ਉਸ ਨੂੰ ਨਾ ਕਰਨਾ ਪੈਂਦਾ। ਅਰਸਤੂ ਦੇ ਅਨੁਸਾਰ ਆਦਮੀ ਸੁਭਾਅ ਤੋਂ ਹੀ ਰਾਜਨੀਤਿਕ ਪ੍ਰਾਣੀ ਹੈ ਅਤੇ ਸਰਕਾਰ ਦਾ ਇੱਕ ਵਾਰ ਨਿਰਮਾਣ ਹੋਣ ਤੋਂ ਮਗਰੋਂ ਉਸ ਉੱਤੇ ਆਦਮੀ ਦੀ ਦੇਣ ਦਾ ਡੂੰਘਾ ਅਸਰ ਪਿਆ। ਇਹ ਚੋਣ ਸਰਕਾਰ ਬਣਾਉਣ ਲਈ ਨਹੀਂ ਸਗੋਂ ਉਸ ਵਿੱਚ ਸੁਧਾਰ ਲਿਆਉਣ ਲਈ ਵਰਤੀ ਜਾਂਦੀ ਹੈ। ਵਿਲਸਨ ਨੇ ਇਸ ਮਤ ਦਾ ਸਮਰਥਨ ਕਰਦੇ ਹੋਏ ਲਿਖਿਆ ਹੈ, ਭਾਵੇਂ ਵਿਧੀ ਵਿਧਾਨ ਜਾਂ ਸਮਾਜਿਕ ਅਵਸਥਾ ਨੂੰ ਕਿਸੇ ਵਿਅਕਤੀ ਨੇ ਨਹੀਂ ਬਣਾਇਆ, ਪਰ ਫਿਰ ਵੀ ਸਰਕਾਰ ਆਪਣੇ ਆਪ ਨਹੀਂ ਬਣ ਸਕਦੀ। ਇਸ ਦੇ ਵਿਕਾਸ ਵਿੱਚ ਆਦਮੀਆਂ ਦੀ ਸੂਝ-ਬੂਝ ਜਾਂ ਚੋਣ ਦਾ ਪ੍ਰਭਾਵ ਰਿਹਾ ਹੈ। ਇਸ ਤਰ੍ਹਾਂ ਆਦਮੀ ਦੀ ਸਮਾਜਿਕ ਪ੍ਰਵਿਰਤੀ ਨੇ ਰਾਜਾਂ ਦੀ ਉਤਪਤੀ ਵਿੱਚ ਮਹਾਨ ਹਿੱਸਾ ਪਾਇਆ ਹੈ। ਸੈਕਿੰਡ, ਖੂਨ ਦਾ ਰਿਸ਼ਤਾ। ਰਾਜ ਦੀ ਉਤਪਤੀ ਵਿੱਚ ਖੂਨ ਦੇ ਰਿਸ਼ਤੇ ਨੇ ਵੀ ਮਹਾਨ ਹਿੱਸਾ ਪਾਇਆ ਹੈ। ਇਹ ਰਿਸ਼ਤਾ ਆਦਮੀਆਂ ਨੂੰ ਸੰਗਠਿਤ ਕਰਨ ਵਾਲਾ ਸਭ ਤੋਂ ਪੁਰਾਣਾ ਤੇ ਪੱਕਾ ਬੰਧਨ ਹੈ। ਇਸੇ ਰਿਸ਼ਤੇ ਕਾਰਨ ਹੀ ਪਰਿਵਾਰ, ਕੁਲ, ਕਬੀਲੇ ਤੇ ਜਾਤੀਆਂ ਦਾ ਜਨਮ ਹੋਇਆ। ਇਹ ਕਹਿਣਾ ਕਠਿਨ ਹੈ ਕਿ ਪਿਤਰੀ ਪਰਿਵਾਰ ਪਹਿਲਾਂ ਸੀ ਜਾਂ ਮਾਤਰੀ ਪਰਿਵਾਰ ਜਾਂ ਕਬੀਲੇ ਪਹਿਲਾਂ ਬਣੇ ਜਾਂ ਕੁਲ। ਸ਼ੁਰੂ ਵਿੱਚ ਭਾਵੇਂ ਮਾਤਰੀ ਪਰਿਵਾਰ ਸਨ ਜਾਂ ਪਿਤਰੀ ਪਰਿਵਾਰ, ਇਸ ਗੱਲ ਉੱਤੇ ਸਾਰੇ ਸਹਿਮਤ ਹਨ ਕਿ ਇਹਨਾਂ ਦਾ ਆਧਾਰ ਖੂਨ ਦਾ ਰਿਸ਼ਤਾ ਸੀ। ਸਨ ਹੈਨਰੀ ਮੈਨ ਦੇ ਸ਼ਬਦਾਂ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਸਮਾਜ ਦੇ ਸਭ ਤੋਂ ਪੁਰਾਣੇ ਇਤਿਹਾਸ ਦੀਆਂ ਨਵੀਆਂ ਖੋਜਾਂ ਤੋਂ ਇਹ ਨਤੀਜਾ ਨਿਕਲਦਾ ਹੈ ਕਿ ਸਮੂਹਾਂ ਨੂੰ ਏਕਤਾ ਦੇ ਸੂਤਰ ਵਿੱਚ ਪਰੋਣ ਵਾਲਾ ਆਰੰਭਿਕ ਬੰਧਨ ਖੂਨ ਦਾ ਰਿਸ਼ਤਾ ਹੀ ਹੈ। ਮੈਕਾਈਵਰ ਨੇ ਠੀਕ ਕਿਹਾ ਹੈ ਕਿ ਖੂਨ ਦਾ ਰਿਸ਼ਤਾ ਸਮਾਜ ਨੂੰ ਜਨਮ ਦਿੰਦਾ ਹੈ ਅਤੇ ਸਮਾਜ ਅੰਤ ਵਿੱਚ ਪਰਿਵਾਰ ਰਾਜ ਦਾ ਆਧਾਰ ਹੈ। ਪਰਿਵਾਰ ਵਿੱਚ ਸਾਂਝੇ ਹਿੱਤ, ਸਾਂਝੇ ਵਿਚਾਰ ਅਤੇ ਸਾਂਝੇ ਉਦੇਸ਼ ਦੀ ਭਾਵਨਾ ਪੈਦਾ ਹੁੰਦੀ ਹੈ, ਜਿਸ ਕਾਰਨ ਪਰਿਵਾਰ ਦੇ ਮੈਂਬਰਾਂ ਵਿੱਚ ਏਕਤਾ ਦੀ ਭਾਵਨਾ ਪੈਦਾ ਹੁੰਦੀ ਹੈ ਜੋ ਕਿ ਰਾਜ ਦੇ ਨਿਰਮਾਣ ਲਈ ਜ਼ਰੂਰੀ ਹੈ। ਪਰਿਵਾਰ ਵਿੱਚ ਆਦਮੀ ਵਿੱਚ ਆਗਿਆ ਪਾਲਣ ਦੀ ਭਾਵਨਾ ਪੈਦਾ ਹੁੰਦੀ ਹੈ। ਪਰਿਵਾਰ ਤੋਂ ਮਿਲ ਕੇ ਘਰਾਨਾ ਬਣਦਾ ਹੈ। ਘਰਾਨੇ ਵਿੱਚ ਬਜ਼ੁਰਗਾਂ ਦੀ ਆਗਿਆ ਦੀ ਪਾਲਣਾ ਸਾਰੇ ਕਰਦੇ ਹਨ, ਜਿਸ ਕਾਰਨ ਆਗਿਆ ਪਾਲਣ ਦੀ ਭਾਵਨਾ ਪੈਦਾ ਹੁੰਦੀ ਹੈ। ਏਕਤਾ ਤੇ ਆਗਿਆ ਪਾਲਣ ਦੀ ਭਾਵਨਾ ਰਾਜ ਨਿਰਮਾਣ ਲਈ ਜ਼ਰੂਰੀ ਹੈ। ਘਰਾਨਿਆਂ ਤੋਂ ਕੁੱਲ, ਕਬੀਲੇ ਤੇ ਜਾਤੀਆਂ ਬਣਦੀਆਂ ਹਨ। ਇੱਕ ਹੀ ਜਾਤੀ ਦੇ ਲੋਕਾਂ ਵਿੱਚ ਏਕਤਾ ਦੀ ਭਾਵਨਾ ਦਾ ਹੋਣਾ ਜ਼ਰੂਰੀ ਹੈ। ਪ੍ਰੋਫੈਸਰ ਗਾਰਨਰ ਅਨੁਸਾਰ ਖੂਨ ਦੇ ਰਿਸ਼ਤੇ ਵਿੱਚ ਆਪਸੀ ਅਧੀਨਤਾ ਤੇ ਏਕਤਾ ਦੀਆਂ ਭਾਵਨਾਵਾਂ ਬਲਵਾਨ ਹੁੰਦੀਆਂ ਹਨ, ਜਿਨ੍ਹਾਂ ਦਾ ਹੋਣਾ ਰਾਜਨੀਤਿਕ ਜੀਵਨ ਲਈ ਬਹੁਤ ਜ਼ਰੂਰੀ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਰਾਜ ਦੀ ਉਤਪਤੀ ਵਿੱਚ ਖੂਨ ਦੇ ਰਿਸ਼ਤੇ ਨੇ ਮਹਾਨ ਹਿੱਸਾ ਪਾਇਆ। ਸਿੱਟਾ, ਕਨਕਲੂਜਨ। ਰਾਜ ਦਾ ਵਿਕਾਸ ਹੋਇਆ ਹੈ ਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਰਾਜ ਦੀ ਉਤਪਤੀ ਕਿਸ ਤਰੀਕ ਨੂੰ ਹੋਈ। ਰਾਜ ਦੀ ਉਤਪਤੀ ਵਿੱਚ ਭਿੰਨ-ਭਿੰਨ ਤੱਤਾਂ ਨੇ ਸਹਿਯੋਗ ਦਿੱਤਾ ਹੈ। ਹੋ ਸਕਦਾ ਹੈ ਕਿ ਕਿਸੇ ਇੱਕ ਤੱਤ ਨੇ ਕਿਸੇ ਥਾਂ ਜ਼ਿਆਦਾ ਹਿੱਸਾ ਪਾਇਆ ਹੋਵੇ ਤਾਂ ਦੂਜੀ ਥਾਂ ਕਿਸੇ ਹੋਰ ਤੱਤ ਨੇ, ਪਰ ਰਾਜ ਦੀ ਉਤਪਤੀ ਵਿੱਚ ਕੁਦਰਤੀ ਤੇ ਸਮਾਜਿਕ ਪ੍ਰੇਰਨਾ, ਖੂਨ ਦੇ ਰਿਸ਼ਤੇ, ਧਰਮ, ਸ਼ਕਤੀ, ਆਰਥਿਕ ਸਮੱਗਰੀਆਂ ਤੇ ਰਾਜਸੀ ਚੇਤਨਾ ਆਦਿਕ ਨੇ ਵੀ ਹਿੱਸਾ ਪਾਇਆ ਹੈ। ਡਾਕਟਰ ਗਾਰਨਰ ਦੀ ਰਾਏ ਹੈ ਕਿ ਇਹਨਾਂ ਵਿੱਚੋਂ ਕਿਸੇ ਵੀ ਇੱਕ ਤੱਤ ਦੇ ਕਾਰਨ ਰਾਜ ਦਾ ਜਨਮ ਨਹੀਂ ਹੋਇਆ ਹੈ, ਸਗੋਂ ਸਭ ਦੇ ਸਮੂਹਿਕ ਰੂਪ ਵਿੱਚ ਕੰਮ ਕਰਨ ਦੇ ਕਾਰਨ ਹੀ ਰਾਜ ਹੋਂਦ ਵਿੱਚ ਆਇਆ ਹੈ। ਰਾਜ ਦੀ ਉਤਪਤੀ ਦੇ ਸਾਰੇ ਸਿਧਾਂਤ ਵਿੱਚੋਂ ਵਿਕਾਸਵਾਦੀ ਸਿਧਾਂਤ ਵਿੱਚ ਹੀ ਸੱਚਾਈ ਨਜ਼ਰ ਆਉਂਦੀ ਹੈ।
ਰਾਜ ਭਾਵੇਂ ਦੇਵੀ ਸੰਸਥਾ ਨਹੀਂ ਹੈ, ਪਰ ਫਿਰ ਵੀ ਕੁਦਰਤੀ ਪ੍ਰੇਰਨਾ ਨਾਲ ਹੀ ਇਹ ਬਣਿਆ ਹੈ। ਇਹ ਕੇਵਲ ਸ਼ਕਤੀ ਉੱਤੇ ਆਧਾਰਿਤ ਨਹੀਂ ਹੈ, ਪਰ ਫਿਰ ਵੀ ਸ਼ਕਤੀ ਇਸ ਵਿੱਚ ਇੱਕ ਮਹਾਨ ਤੱਤ ਰਿਹਾ ਹੈ। ਇਹ ਕਿਸੇ ਸਮਝੌਤੇ ਦੁਆਰਾ ਨਹੀਂ ਬਣਿਆ ਗਿਆ, ਪਰ ਫਿਰ ਵੀ ਰਾਜ ਦੀ ਚੇਤਨਾ ਇਸ ਦਾ ਸਬੂਤ ਹੈ। ਤੇ ਰਾਜ ਭਾਵੇਂ ਕੇਵਲ ਪਰਿਵਾਰ ਦਾ ਵਿਸਤ੍ਰਿਤ ਰੂਪ ਨਹੀਂ ਹੈ, ਪਰ ਫਿਰ ਵੀ ਖੂਨ ਦੇ ਰਿਸ਼ਤੇ ਕਾਰਨ ਮਨੁੱਖੀ ਸਮੁਦਾਇ ਸੰਗਠਿਤ ਹੁੰਦਾ ਗਿਆ ਹੈ ਤੇ ਅੰਤ ਵਿੱਚ ਰਾਜ ਬਣ ਗਿਆ। ਡਾਕਟਰ ਅਸ਼ੀਰਵਾਦਨ ਦਾ ਕਥਨ ਹੈ, ਖੂਨ ਦਾ ਰਿਸ਼ਤਾ ਧਰਮ, ਵਿਵਸਥਾ ਤੇ ਰੱਖਿਆ ਦੀਆਂ ਲੋੜਾਂ ਨੇ ਇੱਕ ਸੰਗਠਨ ਨੂੰ ਜਨਮ ਦਿੱਤਾ, ਜਿਸ ਦਾ ਕਾਰਨ ਰਾਜ ਦਾ ਜਨਮ ਹੋਇਆ ਹੈ। ਉਹਨਾਂ ਨੂੰ ਆਪਣੇ ਪ੍ਰਬੰਧਨ ਵਾਸਤੇ ਕਾਨੂੰਨ ਦੀ ਲੋੜ ਪਈ, ਜਿਸ ਨੂੰ ਲਾਗੂ ਕਰਨ ਲਈ ਸ਼ਾਸਨ ਦਾ ਪ੍ਰਬੰਧ ਹੋਇਆ ਤੇ ਇਸ ਤਰ੍ਹਾਂ ਰਾਜ ਦਾ ਵਿਕਾਸ ਹੋਇਆ। ਇਸ ਲਈ ਰਾਜ ਦੀ ਉਤਪਤੀ ਦੇ ਸਾਰੇ ਸਿਧਾਂਤਾਂ ਵਿੱਚ ਵਿਕਾਸਵਾਦੀ ਸਿਧਾਂਤ ਸਰਵਮਾਏ ਹੈ। ਥੈਂਕ ਯੂ ਸੋ ਮਚ। ਅਗਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਵੀ ਕਰ ਦਿਓ ਤੇ ਕਮੈਂਟ ਵੀ ਕਰ ਦਿਓ ਤੇ ਸਬਸਕ੍ਰਾਈਬ ਜ਼ਰੂਰ ਕਰਿਓ।